ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਪੰਜਾਬ ਕੈਬਨਿਟ ਵੱਲੋਂ ਇੱਕ ਵਿਧਾਇਕ ਇੱਕ ਪੈਨਸ਼ਨ ਨੂੰ ਮਨਜ਼ੂਰੀ ਤੇ ਇਸ ਤੋਂ ਇਲਾਵਾ ਹੋਰ ਕਈ ਫੈਸਲੇ ਲਏ ਗਏ ਨੇ ਜਿਨ੍ਹਾਂ ਬਾਰੇ ਸਾਡੇ ਨਾਲ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਦਵਿੰਦਰਪਾਲ ਜੀ। ਦਵਿੰਦਰ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਸ਼ੁਕਰੀਆ। ਦਵਿੰਦਰ ਜੀ, ਪੰਜਾਬ ਵਿੱਚ ਪਿਛਲੇ ਲੰਬੇ ਸਮੇਂ ਤੋਂ ਇੱਕ ਵਿਧਾਇਕ ਇੱਕ ਪੈਨਸ਼ਨ ਦਾ ਜਿਹੜਾ ਮੁੱਦਾ ਲਗਾਤਾਰ ਉੱਠਦਾ ਆ ਰਿਹਾ ਸੀ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬਤੌਰ ਮੁੱਖ ਮੰਤਰੀ ਅਹੁਦਾ ਸਾਂਭਦਿਆਂ ਹੀ ਇਹ ਐਲਾਨ ਕੀਤਾ ਸੀ ਵੀ ਕਿ ਇਸ ਚੀਜ਼ ਨੂੰ ਉਹ ਲਾਗੂ ਕਰਨਗੇ ਤੇ ਅੱਜ ਪੰਜਾਬ ਮੰਤਰੀ ਮੰਡਲ ਦੀ ਬੈਠਕ ਹੋਈ ਹੈ ਜਿਸ 'ਚ ਇਸ ਚੀਜ਼ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਵੀ ਕਿ ਇੱਕ ਵਿਧਾਇਕ ਇੱਕ ਪੈਨਸ਼ਨ ਹੀ ਮਿਲੇਗੀ। ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ ਵੀ ਕਿ ਤੇ ਇਸ ਦਾ ਪੰਜਾਬ ਦੇ ਖਜ਼ਾਨੇ ਤੇ ਹੋਰ ਆਰਥਿਕ ਤੌਰ 'ਤੇ ਕੀ ਅਸਰ ਦੇਖਣ ਨੂੰ ਮਿਲੇਗਾ? ਦੇਖੋ, ਕਈ ਜਿਹੜੇ ਇਹ ਕਹਿ ਲਓ ਵੀ ਚਾਹੇ ਕੋਈ ਲੋਕ ਜਾਂ ਕੋਈ ਵਰਗ ਲਾਭ ਲੈ ਰਿਹਾ ਹੈ ਜਾਂ ਸਰਕਾਰ ਫੈਸਲੇ ਲੈਂਦੀ ਹੈ। ਕਈ ਵਾਰੀ ਫੈਸਲੇ ਵਿੱਤੀ ਪੱਖ ਤੋਂ ਭਾਵੇਂ ਉਹਨੇ ਮਹੱਤਵਪੂਰਨ ਨਾ ਹੋਣ ਪਰ ਉਹਦਾ ਇੰਪੈਕਟ ਜਿਹੜਾ ਹੈ ਉਹ ਬਹੁਤ ਜ਼ਿਆਦਾ ਹੁੰਦਾ ਹੈ। ਪੰਜਾਬ ਦੇ ਮਸਲੇ 'ਤੇ ਜਦੋਂ ਅਸੀਂ ਗੱਲ ਕਰਦੇ ਹਾਂ ਵੀ ਇੱਥੇ ਜਿਹੜੇ ਰਾਜਨੀਤਿਕ ਧਿਰਾਂ ਸੀ ਜਿਹੜੀਆਂ ਉਹਨਾਂ ਨੇ ਸਰਕਾਰੀ ਖਜ਼ਾਨੇ ਦੇ ਮੂੰਹ ਆਪਦੇ ਵੱਲ ਇਸ ਤਰ੍ਹਾਂ ਖੋਲ੍ਹੇ ਹੋਏ ਸੀ ਜਿਵੇਂ ਉਹਨਾਂ ਦਾ ਸਭ ਕੁਝ ਆਪਣਾ ਹੋਵੇ। ਉਹ ਇੱਕ ਰਾਜਿਆਂ ਵਾਂਗੂ ਜਿਹੜੇ ਆ ਉਹ ਇੱਥੋਂ ਹੁਕੂਮਤ ਚਲਾ ਰਹੇ ਸੀ। ਮਿਸਾਲ ਦੇ ਤੌਰ 'ਤੇ ਜਿਵੇਂ ਹੁਣ ਪੈਨਸ਼ਨ ਵਾਲਾ ਇਸ਼ੂ ਆਏਗਾ ਵੀ ਪੈਨਸ਼ਨਾਂ ਜਿਹੜੀਆਂ ਹਰ ਵਾਰ ਜਿਹੜੀ ਆ ਉਹ ਪੈਨਸ਼ਨ ਇੱਕ ਨਵੀਂ ਪੈਨਸ਼ਨ ਇੰਕਰੀਜ਼ ਹੁੰਦੀ ਜਾਂਦੀ ਸੀ। ਜਿਹੜਾ ਬੰਦਾ 7-8 ਵਾਰੀ ਜਿਹੜਾ MLA ਬਣ ਗਿਆ ਉਹਦੀ 7 ਲੱਖ ਤੋਂ ਉੱਪਰ ਜਿਹੜੀ ਉਹ ਪੈਨਸ਼ਨ ਚਲੀ ਜਾਂਦੀ ਸੀ ਜਾਂ 7 ਲੱਖ ਦੇ ਕਰੀਬ ਚਲੀ ਜਾਂਦੀ ਸੀ। ਇਹਦੇ ਨਾਲ ਫਾਇਦਾ ਤਾਂ ਇਹ ਹੋਣਾ ਵੀ 19 ਕਰੋੜ 53 ਲੱਖ ਦਾ ਜਿਹੜਾ ਉਹ ਸਾਲ ਦਾ ਗੌਰਮੈਂਟ ਨੂੰ ਬਚਤ ਹੋਊਗੀ। ਸਰਕਾਰਾਂ ਮੂਹਰੇ ਇੰਨੀ ਰਕਮ ਕੋਈ ਖਾਸ ਗੱਲ ਨਹੀਂ ਹੁੰਦੀ। ਪਰ ਜਦੋਂ ਅਸੀਂ ਦੇਖਦੇ ਹਾਂ ਵੀ ਕਿਉਂਕਿ ਪੰਜਾਬ ਦਾ MLA ਅਸੀਂ ਜਿਹੜਾ ਹੁਣ ਤੱਕ ਦਾ ਰਿਕਾਰਡ ਹੈ ਬਹੁਤੇ MLA ਉਹਨੇ ਜਿਹੜਾ ਇੱਕ ਵਾਰੀ ਬਣ ਗਿਆ ਉਹਦੀਆਂ ਕਈ ਪੁਸ਼ਤਾਂ ਦੀਆਂ ਜਿਹੜੀਆਂ ਉਹ ਗਰੀਬੀ ਦੂਰ ਹੁੰਦੀ ਅਸੀਂ ਦੇਖੀ ਹੈ ਜੀ। ਉਹ ਗਰੀਬੀ ਰੇਖਾ ਦਾ ਤਾਂ ਛੱਡੋ ਤੋਂ ਤਾਂ ਅਮੀਰੀ ਵਾਲੀ ਦੀ ਵੀ ਹੋਰ ਰੇਖਾ 'ਚ ਜਿਹੜਾ ਉਹ ਐਂਟਰ ਕਰ ਜਾਂਦੇ ਆ ਬਹੁਤੇ MLA ਅਸੀਂ ਦੇਖਦੇ ਹਾਂ। ਕਈ ਤਰ੍ਹਾਂ ਦੇ ਦੋਸ਼ ਲੱਗਦੇ ਨੇ, ਕਈ ਤਰ੍ਹਾਂ ਦੇ ਧੰਦੇ ਚੱਲਦੇ ਨੇ, ਬਹੁਤ ਕੁਛ। ਜਦੋਂ ਫਿਰ ਵੀ ਬੇਸ਼ਰਮੀ ਨਾਲ ਬੰਦੇ ਕਾਨੂੰਨ ਘਾੜੇ ਜਿਹਨੂੰ ਅਸੀਂ ਕਹਿੰਦੇ ਹਾਂ ਲੋਕ ਆਪਣੀਆਂ ਜਿਹੜਾ ਭਵਿੱਖ ਉਹਨਾਂ ਦੇ ਹੱਥ ਫੜਾਉਂਦੇ ਨੇ ਵੀ ਤੁਸੀਂ ਕਾਨੂੰਨ ਸਾਡੇ ਲਈ ਬਣਾਓਗੇ, ਤੁਸੀਂ ਸਾਡੇ ਲਈ ਨਿਯਮ ਬਣਾਓਗੇ, ਜਦੋਂ ਆਪਦੇ ਲਈ ਹੀ ਸਭ ਕੁਝ ਕਰਦੇ ਨੇ ਤਾਂ ਉਹ ਗੱਲਾਂ ਲੋਕਾਂ ਨੂੰ ਰੜਕਦੀਆਂ ਨੇ। ਮਿਸਾਲ ਦੇ ਤੌਰ 'ਤੇ ਇਹਦੇ ਨਾਲ ਇੱਕ ਹੋਰ ਫੈਸਲਾ ਹੈ ਜਿਹੜਾ ਮੰਤਰੀਆਂ, ਮੁੱਖ ਮੰਤਰੀ ਅਤੇ MLA ਦਾ ਜਿਹੜਾ ਆਮਦਨ ਕਰ ਹੈ। ਹੁਣ ਮਤਲਬ ਇਹ ਵੱਖਰੀ ਮਿਸਾਲ ਹੈ ਦੁਨੀਆ 'ਤੇ, ਹੋ ਸਕਦਾ ਕਿਤੇ ਹੋਰ ਵੀ ਹੋਵੇ ਵੀ ਜਿਹੜੀ MLA ਮੰਤਰੀ ਨੂੰ ਤਨਖਾਹ ਮਿਲਦੀ ਹੈ, ਤਨਖਾਹ ਤਾਂ ਆਮਦਨ ਹੈ, ਵੀ ਉਹਦਾ ਟੈਕਸ ਵੀ ਲੋਕ ਭਰਨਗੇ। ਲੋਕ ਦਾ ਮਤਲਬ ਸਰਕਾਰ ਭਰੂਗੀ। ਸਰਕਾਰ ਕੋਲ ਪੈਸਾ ਸਰਕਾਰ ਦੇ ਕਿਸੇ ਨੇ ਜੇਬ 'ਚੋਂ ਦੇਣਾ, ਨਾ ਤਾਂ ਪ੍ਰਕਾਸ਼ ਸਿੰਘ ਬਾਦਲ ਨੇ ਆਪਦੀ ਜੇਬ 'ਚੋਂ ਸਰਕਾਰ ਨੂੰ ਦਿੱਤੇ ਸੀ ਪੈਸੇ, ਨਾ ਕੈਪਟਨ ਅਮਰਿੰਦਰ ਸਿੰਘ ਨੇ, ਨਾ ਭਗਵੰਤ ਸਿੰਘ ਮਾਨ ਨੇ, ਤੇ ਨਾ ਕੇਜਰੀਵਾਲ ਨੇ ਦੇਣੇ ਹੈ ਜੀ। ਬਿਲਕੁਲ ਲੋਕਾਂ ਦੇ ਹੀ ਪੈਸੇ ਨੇ। ਲੋਕਾਂ ਤੋਂ ਟੈਕਸ ਉਗਰਾ ਕੇ ਖਜ਼ਾਨਾ ਭਰਿਆ ਜਾਂਦਾ, ਖਜ਼ਾਨੇ 'ਚੋਂ ਫਿਰ ਵਾਪਸ ਲੁੱਟਿਆ ਜਾਂਦਾ। ਉਹ ਜਿਹੜਾ ਇੱਕ ਤਰ੍ਹਾਂ ਦਾ ਉਹ ਸੀ ਵੀ ਆਮਦਨ ਕਰ ਵੀ ਜਿਹੜਾ ਉਹ ਸਰਕਾਰ ਭਰੂਗੀ। ਸਰਕਾਰ ਮਤਲਬ ਪੰਜਾਬ ਦੇ ਲੋਕ ਭਰਨਗੇ। ਇਹ ਜਿਹੜੀ ਇਸ ਤਰ੍ਹਾਂ ਦੀ ਜਿਹੜਾ ਇੱਕ ਤਰ੍ਹਾਂ ਨਾਲ ਲੁੱਟ ਜਿਹੜੀ ਅਸੀਂ ਕਹਾਂਗੇ ਨੂੰ, ਇਸ ਤਰ੍ਹਾਂ ਦੀ ਮੌਜ ਮਾਰਨ ਦਾ ਸਰਕਾਰੀ ਖਜ਼ਾਨੇ 'ਤੇ, ਉਹ ਦੌਰ ਜਿਹੜਾ ਉਹ ਬੰਦ ਹੋਣਾ ਚਾਹੀਦਾ ਸੀ। ਭਗਵੰਤ ਸਿੰਘ ਮਾਨ ਨੇ ਜਿਹੜਾ ਮੁੱਖ ਮੰਤਰੀ ਬਣਦੇ ਇਹ ਫੈਸਲਾ ਲਿਆ ਸੀ, ਐਲਾਨ ਕੀਤਾ ਸੀ ਵੀ ਅਸੀਂ ਇੱਕ MLA ਨੂੰ ਜਿਹੜਾ ਇੱਕੋ ਪੈਨਸ਼ਨ ਮਿਲੂਗੀ। ਹੁਣ ਤਕਰੀਬਨ ਜਿਹੜਾ ਉਹ 80,000 ਦੇ ਨੇੜੇ ਤੇੜੇ 60,000 ਇਹਨਾਂ ਨੇ ਪੈਨਸ਼ਨ ਮਿਲਤੀ। ਉੱਪਰ ਜਿਹੜਾ ਹਰੇਕ ਪੈਨਸ਼ਨਰ ਨੂੰ ਜਿੰਨਾ ਮਹਿੰਗਾਈ ਭੱਤਾ ਮਿਲਦਾ ਉਹ ਭੱਤਾ ਜੋੜ ਕੇ ਮੈਨੂੰ ਲੱਗਦਾ ਵੀ 75-80,000 ਜਿਹੜੀ ਉਹ ਪੈਨਸ਼ਨ ਇੱਕ ਬੰਦੇ ਨੂੰ ਮਿਲੂਗੀ। ਦੇਖੋ, ਇਹ ਪੈਨਸ਼ਨ ਦਾ ਸੰਕਲਪ ਵੀ ਇਹੀ ਆਇਆ ਸੀ ਵੀ ਇੱਕ ਬੰਦਾ ਇੱਕ ਕਾਜ਼ ਲਈ ਭਰਤੀ ਹੁੰਦਾ ਹੈ, ਚਾਹੇ ਚੁਣਿਆ ਜਾਂਦਾ ਹੈ। ਜਦੋਂ ਉਹ ਰਿਟਾਇਰ ਹੁੰਦਾ ਹੈ ਤਾਂ ਜੋ ਉਹਨੂੰ ਸਵੈਮਾਣ ਦੀ ਜ਼ਿੰਦਗੀ ਜਿਉਣ ਲਈ ਇਸ ਸਮਾਜ 'ਚ ਉਹਨੇ ਰਹਿਣਾ ਹੈ, ਉਹਨੂੰ ਦਵਾਈ ਬੂਟੀ ਦੀ ਵੀ ਲੋੜ ਹੈ, ਉਹਨੂੰ ਹੋਰ ਸਹੂਲਤਾਂ ਦੀ ਵੀ ਲੋੜ ਹੈ, ਤਾਂ ਉਹ ਇੱਕ ਚੰਗੀ ਇੱਜ਼ਤ ਦੀ ਰੋਟੀ ਖਾਣ ਲਈ ਉਹਨੂੰ ਪੈਨਸ਼ਨ ਦਿੱਤੀ ਜਾਵੇ। ਹੁਣ ਜਦੋਂ ਸਾਡੇ ਦੇਸ਼ ਦੇ ਵਿੱਚ ਪਾਰਲੀਮੈਂਟ ਨੇ 2004 ਦੇ ਵਿੱਚ ਇਹ ਫੈਸਲਾ ਕਰ ਲਿਆ ਵੀ ਮੁਲਾਜ਼ਮਾਂ ਨੂੰ ਜਿਹੜੇ ਉਹ ਪੈਨਸ਼ਨ ਨਹੀਂ ਮਿਲੂਗੀ। ਹੁਣ 2004 ਤੋਂ ਬਾਅਦ ਮੁਲਕ ਦੇ ਵਿੱਚ ਜਿੰਨੇ ਵੀ ਮੁਲਾਜ਼ਮ ਭਰਤੀ ਹੁੰਦੇ ਨੇ ਕਿਸੇ ਵੀ ਸੂਬੇ ਦੇ ਵਿੱਚ ਹੁੰਦੇ ਨੇ ਉਹ ਪੈਨਸ਼ਨ ਦੇ ਹੱਕਦਾਰ ਹੈ ਨਹੀਂ। ਉਹਨੂੰ ਕੰਟਰੀਬਿਊਟਰੀ ਪੈਨਸ਼ਨ ਮਿਲਦੀ ਹੈ। ਉਹ ਕੁਛ ਸਰਕਾਰ ਹਿੱਸਾ ਪਾਉਂਦੀ ਹੈ, ਕੁਛ ਉਹ ਮੁਲਾਜ਼ਮ ਪਾਉਂਦਾ ਹੈ, ਤਾਂ ਜਾ ਕੇ ਉਹਨੂੰ ਪੈਨਸ਼ਨ ਜਿਹੜੀ ਉਹ ਮਿਲੂਗੀ। ਅਤੇ ਫਿਰ ਕੰਟਰੀਬਿਊਟਰੀ ਪੈਨਸ਼ਨ ਜਿਹੜੀ ਆ ਉਹ MLA MP 'ਤੇ ਵੀ ਲਾਗੂ ਕਰ ਦੇਣੀ ਚਾਹੀਦੀ ਸੀ। ਇਕੱਲੇ ਮੁਲਾਜ਼ਮਾਂ 'ਤੇ ਹੀ ਕਿਉਂ ਲਾਗੂ ਹੋਵੇ? ਕੰਟਰੀਬਿਊਟ ਕਰੋ। ਇੰਨਾ ਕੁਛ ਜਦੋਂ ਲੁੱਟਮਾਰ ਕਰਨੀ ਹੈ ਤਾਂ 10 ਕਰੋੜ ਸਰਕਾਰ ਨੂੰ ਦੇ ਦਿਓ, 10 ਕਰੋੜ ਦੀ ਪੈਨਸ਼ਨ ਲੈ ਲਓ। ਬਿਲਕੁਲ। ਅਤੇ ਕਰੋੜ 2-2 ਕਰੋੜ ਸਾਲ ਦਾ ਜਮ੍ਹਾਂ ਕਰਾਈ ਚਲੋ ਸਰਕਾਰ ਨੂੰ।
ਤੇ ਮਤਲਬ ਉਸ ਤਰ੍ਹਾਂ ਨਾਲ ਜਦੋਂ ਇਸ ਤਰ੍ਹਾਂ ਦੇ ਦੋਹਰੇ ਮਾਪਦੰਡ ਸਾਹਮਣੇ ਆਉਂਦੇ ਨੇ, ਜਦੋਂ ਪਿੱਛੇ ਜੇ ਪਾਰਲੀਮੈਂਟ ਦੇ ਵਿੱਚ ਦੂਜਾ ਵੀ ਬੜਾ ਰੌਲਾ ਪੈਂਦਾ ਰਿਹਾ ਕਿੰਨੇ ਸਾਲ ਵੀ ਉੱਥੇ ਖਾਣਾ ਬੜਾ ਸਸਤਾ ਜੀ, 5-7 ਰੁਪਈਆਂ 'ਚ ਬੰਦਾ ਜਿਹੜਾ ਬਾਹਰੋਂ 500 'ਚ ਖਾਣਾ ਨਹੀਂ ਮਿਲਦਾ, ਉੱਥੇ 5-7-10 ਰੁਪਈਆਂ 'ਚ ਮਿਲ ਜਾਂਦਾ, 20 ਰੁਪਏ 'ਚ ਮਿਲ ਜਾਂਦਾ। ਇਸ ਤਰ੍ਹਾਂ ਦੇ ਜਿਹੜੇ ਫੈਸਲੇ ਲਏ ਜਾਂਦੇ ਨੇ ਵੀ ਖੁਦ ਸਹੂਲਤਾਂ ਲੈਣ ਲਈ, ਉਹ ਫਿਰ ਲੋਕਾਂ ਨੂੰ ਰੜਕਦੇ ਨੇ। ਇਸ ਲਈ ਇਸ ਗੌਰਮੈਂਟ ਦਾ ਜਿਹੜਾ ਇਹ ਫੈਸਲਾ ਵਿੱਤੀ ਪੱਖ ਤੋਂ ਸਰਕਾਰ ਨੂੰ ਉਹਨਾਂ ਬੈਨੀਫਿਟ ਦੇਵੇ ਨਾ ਦੇਵੇ, ਰਾਜਨੀਤਿਕ ਪੱਖ ਤੋਂ ਇਹ ਬਹੁਤ ਅਹਿਮ ਫੈਸਲਾ ਹੈ। ਸਰਕਾਰ ਦੇ ਪੱਖ ਜਾਊਗਾ, ਸਰਕਾਰ ਨੂੰ ਇਹਦਾ ਬੈਨੀਫਿਟ ਵੀ ਹੋਊਗਾ, ਲੋਕ ਖੁਸ਼ ਹੋਣਗੇ ਇਸ ਗੱਲ ਤੋਂ। ਅਤੇ ਜਿਹੜਾ ਇਹ ਲਾਭ ਇੰਨਾ ਜ਼ਿਆਦਾ ਨਹੀਂ ਹੋਣਾ, ਪਰ ਸਮਾਜਿਕ ਪੱਖ ਇਹਦੇ ਬਹੁਤ ਡੂੰਘੇ ਨੇ। ਹਾਂ, ਉਹਨਾਂ ਨੂੰ ਤੁਸੀਂ ਪੁੱਛ ਕੇ ਦੇਖੋ ਜਿਹੜੇ 7-7 ਲੱਖ ਰੁਪਇਆ ਪੈਨਸ਼ਨ ਲੈਣ ਦੀ ਉਮੀਦ ਲਾਈ ਬੈਠੇ ਸੀ ਕਈ ਬਜ਼ੁਰਗ ਸਿਆਸਤਦਾਨ, ਅਤੇ ਉਹਨਾਂ ਤੇ ਮਨਾਂ 'ਤੇ ਕੀ ਬੀਤਦੀ ਹੋਊ। ਬਿਲਕੁਲ। ਅਤੇ ਇਹ ਵੀ ਇੱਕ ਵੱਖਰਾ ਪੱਖ ਹੈਗਾ। ਅਤੇ ਉਹਨਾਂ ਦਾ ਮੈਨੂੰ ਲੱਗਦਾ ਵੀ ਜੇ ਤੁਸੀਂ ਇੰਟਰਵਿਊ ਕਰਨ ਜਾਓ ਉਹਨਾਂ ਦੀ, ਉਹਦਾ ਹੋ ਸਕਦਾ ਦੀ ਜ਼ੁਬਾਨ ਬਣਾ ਖੋਲ੍ਹਣ, ਕੀ ਕਹਿਣਗੇ ਵੀ ਸਰਕਾਰੀ ਖਜ਼ਾਨੇ 'ਚ ਲੁੱਟ ਜਿਹੜੀ ਸਾਡੀ ਬੰਦ ਹੋ ਗਈ, ਇੱਕ ਵੱਡੀ ਸਹੂਲਤ ਜਿਹੜੀ ਮਿਲਦੀ ਸੀ। ਇਹ ਮੈਨੂੰ ਲੱਗਦਾ ਵੀ ਪੰਜਾਬ ਦੇ ਵਿੱਚ ਜਿਹੜਾ ਪਹਿਲਾਂ ਵੀ ਵੱਧ ਪੈਨਸ਼ਨਾਂ ਲੈਣ ਦਾ ਇੱਕ ਅਲੋਕਾਰੀ ਫੈਸਲਾ ਸੀ ਅਤੇ ਆਮਦਨ ਕਰ ਭਰਨ ਦਾ, ਮੈਨੂੰ ਲੱਗਦਾ ਹੁਣ ਵੀ ਜਿਹੜਾ ਪੰਜਾਬ ਸਮੇਤ ਪਹਿਲਾਂ ਇੱਕ ਅੱਧੇ ਸੂਬੇ ਨੇ ਹੋ ਸਕਦਾ ਕੀਤਾ ਹੋਵੇ, ਅਤੇ ਪੰਜਾਬ ਨੇ ਇਹ ਵਧੀਆ ਫੈਸਲਾ ਲਿਆ, ਚੰਗਾ ਫੈਸਲਾ ਹੈ। ਕਿਉਂਕਿ ਹੁਣ ਲਾਗੂ ਹੋਊਗਾ, ਨੋਟੀਫਿਕੇਸ਼ਨ ਜਾਰੀ ਹੋਊਗਾ, ਤਾਂ ਇਹ ਘੱਟੋ ਘੱਟ ਹੁਣ ਲਾਗੂ ਹੋਣ ਵੱਲ ਨੂੰ ਅੱਗੇ ਵੱਧ ਗਏ ਜੀ। ਦਵਿੰਦਰ ਜੀ, ਇਸ ਦੇ ਨਾਲ ਹੀ ਅੱਜ ਕੈਬਨਿਟ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੀ ਬੇਰੁਜ਼ਗਾਰੀ ਵੱਧ ਰਹੀ ਹੈ ਉਸ ਨੂੰ ਘਟਾਉਣ ਲਈ ਵੀ ਇੱਕ ਵੱਡਾ ਫੈਸਲਾ ਲਿਆ ਗਿਆ, ਅਤੇ ਅੱਜ ਜਿਹੜਾ ਹੈ 26,454 ਨੌਕਰੀਆਂ ਜਿਹੜਾ ਹੈਗਾ ਅਸਾਮੀਆਂ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ। ਇਸ ਫੈਸਲੇ ਨੂੰ ਕਿਵੇਂ ਦੇਖੋਗੇ? ਦੇਖੋ, ਰੁਜ਼ਗਾਰ ਕਿਸੇ ਵੀ ਕਿਸਮ ਦਾ ਜੇ ਕਿਸੇ ਸਾਡੇ ਬੇਰੁਜ਼ਗਾਰ ਯੂਥ ਨੂੰ ਮਿਲਦਾ ਤਾਂ ਉਹ ਚੰਗੀ ਗੱਲ ਹੈ। ਅਤੇ ਇੱਕ ਤਾਂ ਇਹ ਹੈ ਵੀ ਸਰਕਾਰਾਂ ਨੂੰ ਜਿਹੜੀ ਹੈ ਠੇਕਾ ਆਧਾਰਿਤ ਨੌਕਰੀਆਂ ਵਾਲਾ ਕਨਸੈਪਟ ਹੈ ਜਿਹੜਾ ਉਹ ਬੰਦ ਕਰਨਾ ਚਾਹੀਦਾ ਹੈ। ਇੱਕੋ ਦਫ਼ਤਰ ਦੇ ਵਿੱਚ ਇੱਕ 80,000 90,000 ਰੁਪਈਆ ਤਨਖਾਹ ਲੈਂਦਾ, ਇੱਕ ਬੰਦੇ ਨੂੰ 10,000 ਤਨਖਾਹ ਦਿੰਦੇ ਹੋ। ਜਿਹੜੀ ਇਹ ਡਿਸਪੈਰਿਟੀ ਹੈ, ਜਿਹੜਾ ਇਹ ਮਤਭੇਦ ਹੈ, ਇਹ ਪੱਖਪਾਤ ਹੈ, ਇਹ ਇਸ ਤਰ੍ਹਾਂ ਦਾ ਜਿਹੜਾ ਇਹ ਨਹੀਂ ਹੋਣਾ ਚਾਹੀਦਾ। ਪਿਛਲੇ ਦੌਰ ਦੇ ਵਿੱਚ ਕਿੰਨਾ ਰੌਲਾ ਪਿਆ ਵੀ 36,000 ਮੁਲਾਜ਼ਮ ਜਿਹੜੇ ਪੱਕੇ ਕਰਨੇ ਸੀ ਉਹ ਪਹਿਲਾਂ ਪਿਛਲੇ ਵਾਰੀ ਬਾਦਲਾਂ ਨੇ ਵੀ ਕਰਤੇ, ਫਿਰ ਕੈਪਟਨ ਨੇ ਵੀ ਕਰਤੇ, ਫਿਰ ਚੰਨੀ ਨੇ ਵੀ ਕਰਤੇ, ਹੁਣ ਮਾਨ ਸਾਹਿਬ ਨੇ ਵੀ ਕਹਤਾ ਮੈਂ ਵੀ ਕਰਤੇ, ਉਹ ਹਜੇ ਤੱਕ ਹੋਏ ਉਹ ਵੀ ਨਹੀਂ ਗੇ। ਇਸ ਲਈ ਸਭ ਤੋਂ ਵੱਡਾ ਫੋਕਸ ਇਹ ਵੀ ਚਾਹੀਦਾ, ਉਹ ਮੁਲਾਜ਼ਮ ਵੀ ਪੱਕੇ ਹੋਣੇ ਚਾਹੀਦੇ ਹੈ, ਅਤੇ ਜਿਹੜੀ ਭਰਤੀ ਹੋਵੇ ਉਹ ਰੈਗੂਲਰ ਹੋਵੇ। ਅਤੇ ਯੂਥ ਸਾਡਾ ਜਿਹੜਾ ਹੈ ਉਹ ਬਹੁਤ ਹਤਾਸ਼ ਹੈ, ਇੱਥੇ ਰੁਜ਼ਗਾਰ ਨਾ ਮਿਲਦਾ ਹੋਣ ਕਰਕੇ ਯੂਥ ਜਿਹੜਾ ਉਹ ਵਿਦੇਸ਼ਾਂ ਦੇ ਵਿੱਚ ਟੱਕਰਾਂ ਖਾ ਰਿਹਾ ਹੈ। ਇੱਥੇ ਕਾਲਜ ਜਿਹੜੇ ਉਹ ਬੰਦ ਹੋ ਜਾਣਗੇ, ਇੱਥੇ ਪੜ੍ਹਾਈ ਵੀ ਕਰਨ ਨੂੰ ਤਿਆਰ ਨਹੀਂ ਕੋਈ। +2 ਕਰਕੇ ਹਰੇਕ ਆਈਲੈਟਸ ਦੇ ਕੇ ਬੰਦਾ ਬਾਹਰ ਭੱਜਣ ਨੂੰ ਕਰਦਾ। ਉਹ ਕਹਿੰਦਾ ਜਿਹੜੇ 3 ਸਾਲ ਇੱਥੇ ਖਰਾਬ ਕਰਨੇ ਆ, ਮੈਂ 3 ਸਾਲ ਬਾਹਰ ਖਰਾਬ ਕਰੂੰਗਾ, 3 ਸਾਲ ਪੜ੍ਹਾਈ ਕਰਕੇ ਉੱਥੇ ਰੁਜ਼ਗਾਰ ਮਿਲ ਜੂ, ਮੈਂ ਡਾਲਰ ਕਮਾਉਣ ਲੱਗ ਜੂ। ਜਿਹੜਾ ਇਸ ਤਰ੍ਹਾਂ ਦਾ ਪ੍ਰਭਾਵ ਜਿਹੜਾ ਪੰਜਾਬ ਦੇ ਵਿੱਚ ਜਾ ਰਿਹਾ ਉਹ ਬੜਾ ਮੰਦਭਾਗਾ ਹੈ। ਉਹਨੂੰ ਰੋਕਣ ਲਈ ਸਰਕਾਰ ਨੂੰ ਹੋਰ ਉਪਰਾਲੇ ਕਰਨੇ ਚਾਹੀਦੇ। ਸਰਕਾਰੀ ਦਫ਼ਤਰਾਂ ਦੇ ਵਿੱਚ ਜਦੋਂ ਲੋਕ ਜਾਂਦੇ ਨੇ, ਆਪਦੇ ਕੰਮਾਂ ਧੰਦਿਆਂ ਨੂੰ ਜਾਂਦੇ ਨੇ, ਉੱਥੇ ਕੰਮ ਨਹੀਂ ਹੁੰਦੇ ਕਿਉਂਕਿ ਮੁਲਾਜ਼ਮਾਂ ਦੀ ਸ਼ਾਰਟੇਜ ਹੈ। ਇਸ ਲਈ ਦੂਜਾ ਪੱਖ ਇਹ ਵੀ ਹੈ ਵੀ ਜਿਹੜੀ ਹੈ ਭਰਤੀ ਮੈਰਿਟ 'ਤੇ ਹੋਣੀ ਚਾਹੀਦੀ ਹੈ। ਪਿਛਲੇ ਦੌਰ ਦੇ ਵਿੱਚ ਭਰਤੀ 'ਤੇ ਬੜੀਆਂ ਉਂਗਲਾਂ ਉੱਠੀਆਂ, ਬੜੀ ਕਰਪਸ਼ਨ ਚੱਲਣ ਦੇ ਵੀ ਦੋਸ਼ ਲੱਗੇ ਨੇਗੇ ਭਰਤੀ ਦੌਰਾਨ। ਇਸ ਲਈ ਮੈਰਿਟ 'ਤੇ ਭਰਤੀ ਹੋਣੀ ਚਾਹੀਦੀ ਹੈ। ਸਹੀ ਬੰਦੇ ਜਿਹੜੇ ਆ ਉਹ ਭਰਤੀ ਰਾਹੀਂ ਚੁਣ ਕੇ ਬਾਕਾਇਦਾ ਉਹਨਾਂ ਦਾ ਟੈਸਟ ਹੋਵੇ, ਮੈਰਿਟ ਬਣੇ, ਸਾਰਾ ਕੁਛ ਉਸ ਤਰ੍ਹਾਂ ਦੇ ਜਿਹੜੇ ਹੈ ਮਾਪਦੰਡ ਸਰਕਾਰਾਂ ਨੂੰ ਅਪਣਾਉਣੇ ਚਾਹੀਦੇ ਤਾਂ ਜੋ ਜਿਹੜੇ ਕਾਬਲ ਬੱਚੇ ਨੇਗੇ ਸਾਡੇ ਉਹਨਾਂ ਨੂੰ ਨੌਕਰੀਆਂ ਮਿਲ ਸਕਣ। ਇੱਕ ਇਹਦੇ ਨਾਲ ਜੁੜਿਆ ਹੋਰ ਵੱਡਾ ਪਹਿਲੂ ਹੈ ਵੀ ਇਹ ਜਿਹੜੀ ਟਰਾਂਸਫਰ ਪੋਸਟਿੰਗ ਹੈ ਉਹ ਤਰਕਸੰਗਤ ਵੀ ਹੋਣੀ ਚਾਹੀਦੀ ਹੈ। ਜਦੋਂ ਅਸੀਂ ਦੇਖਦੇ ਹਾਂ, ਮੰਨ ਲਓ ਐਜੂਕੇਸ਼ਨ ਡਿਪਾਰਟਮੈਂਟ ਹੈ, ਚਾਹੇ ਉਹ ਮੋਹਾਲੀ ਹੋਵੇ, ਚਾਹੇ ਲੁਧਿਆਣਾ ਹੋਵੇ, ਚਾਹੇ ਜਲੰਧਰ ਹੋਵੇ, ਚਾਹੇ ਅੰਮ੍ਰਿਤਸਰ ਹੋਵੇ, ਜਿਹੜੇ ਤਾਂ ਸ਼ਹਿਰਾਂ ਦੇ ਸਕੂਲ ਹੁੰਦੇ ਨੇ ਉਹਨਾਂ ਦੇ ਵਿੱਚ ਤਾਂ ਅਧਿਆਪਕਾਂ ਦੀ ਭਰਮਾਰ ਹੁੰਦੀ ਹੈ। ਬੱਚੇ ਵੀ ਕਈ ਵਾਰੀ ਘੱਟ ਹੁੰਦੇ ਨੇ, ਉਸ ਅਨੁਪਾਤ ਤੋਂ ਅਧਿਆਪਕ ਵੱਧ ਹੁੰਦੇ ਨੇ। ਜਦੋਂ ਅਸੀਂ ਦੂਰ ਜਾਂਦੇ ਹਾਂ, ਚਾਹੇ ਬਾਰਡਰ ਸਟੇਟ ਹੋਵੇ, ਚਾਹੇ ਖੇਮਕਰਨ ਪੱਟੀ ਦਾ ਏਰੀਆ ਹੋਵੇ, ਚਾਹੇ ਲਹਿਰਾ ਗਾਗਾ ਦਾ ਏਰੀਆ ਹੋਵੇ, ਅੰਦਾਨਾ ਬਲਾਕ ਹੋਵੇ, ਜਦੋਂ ਅਸੀਂ ਉੱਧਰ ਦੇਖਦੇ ਹਾਂ ਫਿਰੋਜ਼ਪੁਰ ਫਾਜ਼ਿਲਕੇ ਵੱਲ, ਤਾਂ ਉੱਥੇ ਸਰਹੱਦੀ ਖੇਤਰ ਦੇ ਵਿੱਚ ਅਧਿਆਪਕ ਵੀ ਨਹੀਂ ਜਾਂਦੇ, ਉੱਥੇ ਡਾਕਟਰ ਵੀ ਨਹੀਂ ਜਾਂਦੇ, ਉੱਥੇ ਪੈਰਾਮੈਡੀਕਲ ਸਟਾਫ ਵੀ ਨਹੀਂ ਜਾਂਦਾ। ਇਸ ਲਈ ਸਰਕਾਰਾਂ ਨੂੰ ਇਹੋ ਜਿਹੇ ਕੋਈ ਮਾਪਦੰਡ ਵੀ ਅਪਣਾਉਣੇ ਚਾਹੀਦੇ ਆ ਵੀ ਤਾਂ ਜੋ ਜਿਹੜੀਆਂ ਪਿੰਡਾਂ 'ਚ ਬੈਠੇ ਲੋਕ ਨੇਗੇ ਉਹ ਸਹੂਲਤਾਂ ਉਹਨਾਂ ਨੂੰ ਹਰ ਤਰ੍ਹਾਂ ਦੀਆਂ ਮਿਲ ਸਕਣ। ਉਹਨਾਂ ਲੋਕਾਂ ਨੂੰ ਵੀ ਉਹਨਾਂ ਦੇ ਉਹ ਵੀ ਚਾਹੁੰਦੇ ਨੇ ਸਾਡੇ ਬੱਚੇ ਚੰਗੇ ਪੜ੍ਹਨ, ਉਹਨਾਂ ਨੂੰ ਮੈਡੀਕਲ ਸਹੂਲਤ ਵੀ ਮਿਲੇ ਤਾਂ ਜੋ ਸ਼ਹਿਰ ਦੇ ਵਿੱਚ ਨਾ ਭੱਜਣਾ ਪਵੇ। ਜਿਹੜੀ ਪੋਸਟਿੰਗ ਹੈ, ਕਿੰਨੇ ਸਰਕਾਰੀ ਅਫਸਰ ਨੇ ਵੱਡੇ ਵੱਡੇ, ਉਹਨਾਂ ਦੀਆਂ ਪਤਨੀਆਂ ਜਿਹੜੀਆਂ ਨੇ ਉਹ ਇੱਥੇ ਮੋਹਾਲੀ ਵਰਗੇ ਸਕੂਲਾਂ 'ਚ ਮੇਰੇ ਖਿਆਲ ਦਫ਼ਤਰਾਂ 'ਚ ਬੱਸਾਂ ਜਾਂਦੀਆਂ ਵੀ ਨਹੀਂ, ਕਈਆਂ ਦਾ ਤਾਂ ਮੈਨੂੰ ਪਤਾ ਹੈਗਾ ਜਾਂਦੇ ਵੀ ਨਹੀਂ ਗੇ। ਇਸ ਲਈ ਇਹ ਗੌਰਮੈਂਟ ਨੂੰ ਜਿਹੜਾ ਹੈ ਇਹ ਸਾਰਾ ਚੈੱਕ ਐਂਡ ਬੈਲੈਂਸ ਜਿਹੜਾ ਇਹ ਬਣਾਉਣਾ ਚਾਹੀਦਾ ਹੈ। ਤਰਕਸੰਗਤ ਪੋਸਟਿੰਗ ਹੋਵੇ, ਲੋੜਵੰਦਾਂ ਨੂੰ ਰੁਜ਼ਗਾਰ ਮਿਲੇ, ਇੰਟੈਲੀਜੈਂਟ ਬੱਚੇ ਆਉਣ,
ਇਹ ਵੀ ਨਾ ਹੋਵੇ ਵੀ ਸਿਫਾਰਿਸ਼ ਤੇ ਨਲਾਇਕ ਤੇ ਜਾਲੀ ਡਿਗਰੀਆਂ ਵਾਲੇ ਭਰਤੀ ਹੋਣ। ਪਿਛਲੇ ਦੌਰ ਦੇ ਵਿੱਚ ਜਾਲੀ ਡਿਗਰੀਆਂ ਵਾਲੇ ਬਹੁਤ ਭਰਤੀ ਹੋਏ ਨੇ, ਉਹਨਾਂ ਦੇ ਖਿਲਾਫ ਵੀ ਨਹੀਂ ਜਿਹੜੇ ਹੈ ਕਾਰਵਾਈ ਹੁੰਦੀ ਰਹੀ। ਇਹ ਸਾਰੇ ਜਿਹੜੇ ਗੌਰਮੈਂਟਾਂ ਨੂੰ ਇਹ ਧਿਆਨ ਰੱਖਣਾ ਚਾਹੀਦਾ ਹੈ, ਇਮਾਨਦਾਰੀ ਨਾਲ, ਪਾਰਦਰਸ਼ੀ ਤਰੀਕੇ ਨਾਲ ਟੈਲੈਂਟਡ ਨੌਜਵਾਨ ਜਿਹੜੇ ਸਾਡੇ ਆਉਣੇ ਚਾਹੀਦੇ, ਤਾਂ ਜੋ ਲੋਕਾਂ ਨੂੰ ਸਹੂਲਤਾਂ ਮਿਲ ਸਕਣ, ਸਰਵਿਸਿਜ਼ ਮਿਲ ਸਕਣ, ਸਰਕਾਰੀ ਸਹੂਲਤਾਂ, ਤੇ ਨਾਲ ਲੋਕਾਂ ਨੂੰ ਫਾਇਦਾ ਹੋਵੇ ਰੁਜ਼ਗਾਰ। ਦਵਿੰਦਰ ਜੀ, ਜਦੋਂ ਆਪਾਂ ਗੱਲ ਰੁਜ਼ਗਾਰ ਦੀ ਕਰ ਰਹੇ ਹਾਂ ਤਾਂ ਉੱਥੇ ਇੱਕ ਵੱਡਾ ਮਸਲਾ ਇਹ ਵੀ ਉੱਭਰ ਕੇ ਸਾਹਮਣੇ ਆ ਰਿਹਾ ਵੀ ਕਿ ਮੁਲਾਜ਼ਮ ਦੀ ਪੋਸਟਿੰਗ ਕਿਤੇ ਹੋਰ ਹੈ ਅਤੇ ਉਹ ਤੈਨਾਤ ਕਿਤੇ ਹੋਰ ਕਿਸੇ ਅਫਸਰ ਦੇ ਘਰ, ਚਾਹੇ ਉਹ ਲਾਂਗਰੀ ਦੇ ਤੌਰ 'ਤੇ ਲਾਇਆ ਹੋਇਆ, ਚਾਹੇ ਕੋਈ ਮਾਲੀ ਦੇ ਤੌਰ 'ਤੇ ਲੱਗਿਆ। ਇਸ ਤਰ੍ਹਾਂ ਦੀ ਘਟਨਾਵਾਂ ਵੀ ਦੇਖਣ ਨੂੰ ਮਿਲ ਰਹੀਆਂ, ਮਾਮਲੇ ਸਾਹਮਣੇ ਆਉਂਦੇ ਨੇ। ਇਸ ਦੇ ਨਾਲ ਹੀ ਦੂਜਾ ਵੱਡਾ ਮਸਲਾ ਇਹ ਵੀ ਉੱਭਰ ਕੇ ਆਉਂਦਾ ਵੀ ਕਿ ਜਿਹੜੇ ਪੁਲਿਸ ਦੇ ਵਿੱਚ ਭਰਤੀ ਲਗਾਤਾਰ ਕੀਤੀ ਜਾਂਦੀ ਹੈ, ਪਰ ਪੁਲਿਸ ਦੀ ਪੋਸਟਿੰਗ ਜਿਹੜੀ ਹੈ ਉਹ ਚਾਹੇ ਉਹ ਸਿਆਸੀ ਲੀਡਰਾਂ ਕੋਲ ਕਹਿ ਲਓ, ਚਾਹੇ ਧਾਰਮਿਕ ਆਗੂਆਂ ਕੋਲ ਕਹਿ ਲਓ, ਉਹ ਸੁਰੱਖਿਆ ਕਰਮੀਆਂ ਦੇ ਤੌਰ 'ਤੇ ਬਹੁਤ ਵੱਡੇ ਪੱਧਰ 'ਤੇ ਦਿੱਤੀ ਜਾਂਦੀ ਹੈ। ਇਸ ਪੋਸਟਿੰਗਾਂ ਨੂੰ ਤੁਸੀਂ ਕਿਵੇਂ ਦੇਖੋਗੇ? ਹਾਂ, ਇਹ ਦੋ ਜਿਹੜੇ ਹੈ ਐਂਗਲ ਤੁਸੀਂ ਬੜੇ ਅੱਛੇ ਲਏ ਨੇ। ਵੀ ਜਿਵੇਂ ਪਿੱਛੇ ਜਿਹੇ ਰੌਲਾ ਪਿਆ, ਖਬਰਾਂ ਲੱਗੀਆਂ ਵੀ ਪੰਜਾਬ ਵਿਧਾਨ ਸਭਾ ਦੇ ਵਿੱਚ 150 ਤੋਂ ਵੱਧ ਮੁਲਾਜ਼ਮ ਭਰਤੀ ਕਰ ਲਿਆ। ਉਹਦੇ ਜਿਹਨੂੰ ਅਸੀਂ ਦੇਖਦੇ ਹਾਂ ਪੀਐਨ, ਚੌਕੀਦਾਰ, ਜਿਹੜੇ ਇਸ ਤਰ੍ਹਾਂ ਦਰਜਾ 4 ਪੋਸਟਾਂ ਨੇ, ਉਹਨਾਂ 'ਚ ਜ਼ਿਆਦਾਤਰ ਅਫਸਰਾਂ ਦੇ, ਲੀਡਰਾਂ ਦੇ ਘਰਾਂ 'ਚ ਕੰਮ ਕਰਦੇ ਮੁਲਾਜ਼ਮ ਭਰਤੀ ਕਰ ਲਏ ਜਾਂਦੇ ਨੇ, ਜਾਂ ਉੱਥੇ ਭਰਤੀ ਕਰਕੇ ਉਧਰ ਘਰੇ ਰੱਖ ਲਏ ਜਾਂਦੇ ਨੇ। ਇਹਦੀ ਬਾਕਾਇਦਾ ਜਾਂਚ ਹੋਣੀ ਚਾਹੀਦੀ ਹੈ। ਹੋਰ ਬੜਾ ਪੰਜ ਡਿਪਾਰਟਮੈਂਟ ਸੀ, ਉਹਦੇ 'ਚ 20-25 ਪੀਐਨ ਭਰਤੀ ਕੀਤੇ ਹੋਏ ਸੀ। ਪੀਐਨ ਦਾ ਮਤਲਬ ਇਹ ਸੀ ਕੋਈ ਡਰਾਈਵਰ ਦਾ ਕੰਮ ਕਰਦਾ ਹੈ ਕਿਸੇ ਅਫਸਰ ਦੇ ਘਰੇ, ਕੋਈ ਕਿਸੇ ਮਾਲੀ ਦਾ ਕੰਮ ਕਰਦਾ ਹੈ, ਕਿਸੇ ਕੁੱਕ ਲੱਗਿਆ ਹੋਇਆ। ਇਸ ਲਈ ਇਹ ਇਕੱਲੀ ਵਿਧਾਨ ਸਭਾ ਨਹੀਂ, ਇਹ ਸਾਰੇ ਕਿਤੇ ਮੈਨੂੰ ਲੱਗਦਾ ਵੀ ਜੇ ਸਰਕਾਰ ਜਾਂਚ ਦੇ ਆਰਡਰ ਕਰਦੇ ਵੀ ਜਿੰਨੇ ਪੀਐਨ ਭਰਤੀ ਕੀਤੇ ਨੇ, ਜਿੰਨੇ ਕੁੱਕ ਭਰਤੀ ਕੀਤੇ ਨੇ, ਉਹਦੀ ਲੋੜ ਹੈ ਵੀ ਜਾਂ ਨਹੀਂ ਹੈ, ਇਹ ਬਹੁਤ ਵੱਡਾ ਇੱਕ ਸਕੈਂਡਲ ਹੈ। ਇਹ ਖਾਸ ਕਰਕੇ ਖੈਰ ਤੁਹਾਨੂੰ ਫੀਲਡ 'ਚੋਂ ਤਾਂ ਹੋ ਸਕਦਾ ਨਾ ਮਿਲੇ, ਪਰ ਇਹ ਚੰਡੀਗੜ੍ਹ ਅਤੇ ਮੋਹਾਲੀ 'ਚ ਹੀ ਜ਼ਿਆਦਾ ਦਿਸੂ, ਕਿਉਂਕਿ ਅਫਸਰਾਂ ਨੇ ਇੱਥੇ ਹੀ ਆਪਦੀਆਂ ਸਹੂਲਤਾਂ ਜਿਹੜੀਆਂ ਉਹ ਲੈਣੀਆਂ ਹੁੰਦੀਆਂ ਨੇਗੀਆਂ। ਦੂਜੀ ਗੱਲ ਜਿਹੜੀ ਤੁਸੀਂ ਪੁਲਿਸ ਦੀ ਕਹੀ, ਉਹ ਬਹੁਤ ਮਹੱਤਵਪੂਰਨ ਪਹਿਲੂ ਹੈ। ਇਸ ਗੌਰਮੈਂਟ ਨੇ ਉਹਦੇ ਨੇ ਕਿਹਾ ਵੀ ਵੀਆਈਪੀ ਕਲਚਰ ਖਤਮ ਕਰਾਂਗੇ। ਕਾਂਗਰਸ ਦੇ ਅਤੇ ਅਕਾਲੀ ਦਲ ਦੇ, ਬੀਜੇਪੀ ਦੇ ਕਿੰਨੇ ਹੀ ਐਮਐਲਏਆਂ ਤੋਂ, ਸਾਬਕਾ ਮੰਤਰੀਆਂ ਤੋਂ ਜਿਹੜਾ ਉਹ ਸਿਕਿਉਰਿਟੀ ਵਾਪਸ ਲਈ, ਸਾਬਕਾ ਐਮਐਲਏ, ਸਾਬਕਾ ਮੰਤਰੀਆਂ ਤੋਂ। ਅੱਛੀ ਗੱਲ ਹੈ, ਪਰ ਇੱਥੇ ਕਿੰਨੇ ਹੀ ਸਾਧ ਨੇ, ਕਿੰਨੇ ਹੀ ਸ਼ਿਵ ਸੈਨਾ ਵਾਲੇ ਨੇ, ਸਿਰਫ ਜਿਨ੍ਹਾਂ ਦਾ ਕੰਮ ਬਿਆਨ ਦੇ ਕੇ ਸਮਾਜ ਦੇ ਵਿੱਚ ਭੜਕਾਹਟ ਪੈਦਾ ਕਰਨੀ ਹੈ, ਸਮਾਜ ਦੇ ਵਿੱਚ ਕਿਸੇ ਤਰ੍ਹਾਂ ਦਾ ਮਾਹੌਲ ਅਸ਼ਾਂਤ ਪੈਦਾ ਕਰਕੇ ਸਿਕਿਉਰਿਟੀ ਲਈ ਜਾਂਦੀ ਹੈਗੀ। ਉਹਨਾਂ ਨੂੰ ਇਕੱਲੀ ਸਿਕਿਉਰਿਟੀ ਨਹੀਂ ਦਿੱਤੀ, 10-10, 20-20 ਬੰਦੇ, ਉਹਨਾਂ ਨੂੰ ਬਾਕਾਇਦਾ ਬੁਲਟ ਪ੍ਰੂਫ ਗੱਡੀਆਂ ਵੀ ਦਿੱਤੀਆਂ ਹੋਈਆਂ ਨੇ, ਜਾਂ ਸਧਾਰਨ ਗੱਡੀਆਂ ਦਿੱਤੀਆਂ ਹੋਈਆਂ। ਉਹਨਾਂ ਗੱਡੀਆਂ ਦੇ ਵਿੱਚ ਤੇਲ ਵੀ ਸਰਕਾਰ ਪਾ ਕੇ ਦਿੰਦੀ ਹੈ ਵੀ ਜੇ ਤੁਸੀਂ ਕਿਤੇ ਆਪਦੇ ਕੰਮ ਧੰਦੇ ਜਾਣਾ ਹੈ, ਅਸੀਂ ਤੇਲ ਦੇਵਾਂਗੇ, ਸਾਡੀ ਗੱਡੀ, ਸਾਡੇ ਡਰਾਈਵਰ, ਸਾਡਾ ਸਭ ਕੁਝ ਚੱਕੋ। ਮਤਲਬ ਇਹ ਜਿਹੜਾ ਇਹ ਸਾਰਾ ਜਿਹੜਾ ਉਹ ਸਮੀਖਿਆ ਹੋਣੀ ਚਾਹੀਦੀ ਹੈ ਇਸ ਗੱਲ ਦੀ। ਇਹ ਫਿਰ ਜਿਹੜਾ ਸਿਆਸਤਦਾਨਾਂ ਨੂੰ ਵੀ ਗੱਡੀਆਂ ਮਿਲਦੀਆਂ ਨੇਗੀਆਂ, ਉਹਦਾ ਵੀ ਬਕਾਇਦਾ ਚੈੱਕ ਐਂਡ ਬੈਲੈਂਸ ਹੋਣਾ ਚਾਹੀਦਾ। ਇੱਕ ਸਿਆਸਤਦਾਨ 10-10 ਗੱਡੀਆਂ ਲਈ ਫਿਰਦੇ। ਹੁਣ ਉਹ ਹੁਕਮਰਾਨ ਪਾਰਟੀ 'ਤੇ ਵੀ ਲਾਗੂ ਹੁੰਦਾ। ਹੁਣ ਆਮ ਆਦਮੀ ਪਾਰਟੀ ਦੇ ਬੰਦੇ ਵੀ 20-20, 25-25, 30-30 ਗਨਮੈਨ ਲਈ ਫਿਰਦੇ ਨੇ। ਉਹ ਵੀ ਜੇ ਗਨਮੈਨ ਦੀ ਲੋੜ ਹੈ, 2 ਬੰਦੇ ਗਨਮੈਨ ਵੀ ਕੰਮ ਚਲਾ ਸਕਦੇ ਨੇ, 4 ਵੀ ਚਲਾ ਸਕਦੇ ਨੇ ਕੰਮ। ਤੁਹਾਨੂੰ ਸਿਕਿਉਰਿਟੀ ਦੇਣੀ ਹੈ, ਜਾਂ ਤੁਸੀਂ ਲਾਮ ਲਸ਼ਕਰ ਲੈ ਕੇ ਕਿਤੇ ਕਿਸੇ ਮੁਲਕ ਨਾਲ ਜਾ ਕੇ ਲੜਾਈ ਲੜਨੀ ਹੈਗੀ। ਇਸ ਲਈ ਜਦੋਂ ਤੁਸੀਂ ਇਸ ਤਰ੍ਹਾਂ ਧਾੜਾਂ ਦੀ ਧਾੜ ਚੱਕੀ ਫਿਰੋਗੇ, ਹੁਣ 80,000 ਸਾਡੇ ਕੋਲ ਪੁਲਿਸ ਫੋਰਸ ਹੈ। ਹਰ ਸਰਕਾਰ 8-10 ਹਜ਼ਾਰ ਬੰਦਾ ਜਿਹੜਾ ਪੁਲਿਸ ਦੇ ਵਿੱਚ ਹਰ 5 ਸਾਲਾਂ ਦੇ ਵਿੱਚ ਭਰਤੀ ਕਰਨਾ ਲੋਚਦੀ ਹੈਗੀ। ਇੰਨੀ ਸਾਡੇ ਕੋਲ ਪੁਲਿਸ ਫੋਰਸ ਆਲਰੇਡੀ, ਜੇ ਅਸੀਂ ਦੇਖਿਆ ਜਾਵੇ ਤਾਂ ਆਬਾਦੀ ਦੇ ਹਿਸਾਬ ਨਾਲ ਅਨੁਪਾਤ ਜਿਹੜਾ ਵੰਡਿਆ ਹੋਇਆ ਹੈਗਾ, ਚਾਹੇ ਪੰਜਾਬ ਹੋਵੇ, ਚਾਹੇ ਉੱਤਰ ਪ੍ਰਦੇਸ਼ ਹੋਵੇ, ਚਾਹੇ JNK ਹੋਵੇ। ਪੰਜਾਬ ਦੇ ਵਿੱਚ ਆਬਾਦੀ ਦੇ ਹਿਸਾਬ ਨਾਲ ਸਭ ਤੋਂ ਜ਼ਿਆਦਾ ਪੁਲਿਸ ਹੈ। ਇਹਦਾ ਮਤਲਬ ਇੱਕ ਬੰਦੇ ਨੂੰ ਕੰਟਰੋਲ ਕਰਨ ਵਾਸਤੇ ਤੁਸੀਂ ਕਿੰਨੇ ਪੁਲਿਸ ਮੁਲਾਜ਼ਮ ਰੱਖੇ ਹੋਏ ਨੇਗੇ ਜੀ। ਆਬਾਦੀ ਦੇ ਅਨੁਪਾਤ ਦੇ ਹਿਸਾਬ ਨਾਲ ਵੱਡੇ ਸੂਬੇ ਨੇ, ਚਾਹੇ ਉਹ ਅਸੀਂ ਮਹਾਰਾਸ਼ਟਰ ਲਾ ਲਈਏ, ਚਾਹੇ ਉੱਤਰ ਪ੍ਰਦੇਸ਼ ਲਾ ਲਈਏ, ਉੱਥੇ ਪੰਜਾਬ ਨਾਲ ਪੁਲਿਸ ਬਹੁਤ ਘੱਟ ਹੈਗੀ। ਠੀਕ ਹੈ, ਪੰਜਾਬ ਸਰਹੱਦੀ ਸੂਬਾ ਹੈ, ਪੰਜਾਬ 'ਤੇ ਫਿਰ BSF ਵੀ ਬੈਠੀ ਹੈ ਬਾਰਡਰ 'ਤੇ ਜੀ। ਅਤੇ ਇਸ ਲਈ ਜਿਹੜੇ ਫਿਰ ਸਾਡੇ ਨਸ਼ੇ ਤਾਂ ਫਿਰ ਵੀ ਨਹੀਂ ਬੰਦ ਹੋ ਰਹੇ, ਗੈਂਗਸਟਰਸ ਫਿਰ ਵੀ ਸਾਡੇ ਦਮ ਦਰਾਉਂਦੇ ਫਿਰਦੇ ਨੇ। ਜੇ ਇਹਨਾਂ 80,000 ਬੰਦਾ ਰੱਖ ਕੇ ਵੀ ਉਸੇ ਤਰ੍ਹਾਂ ਨਸ਼ੇ ਵਿਕ ਰਹੇ ਨੇ, ਉਸੇ ਤਰ੍ਹਾਂ ਜਿਹੜਾ ਲਾਅ ਐਂਡ ਆਰਡਰ ਦੀ ਸਥਿਤੀ ਜਿਹੜੀ ਚਿੰਤਾਜਨਕ ਬਣੀ ਹੋਈ ਹੈ, ਜਿਹੜਾ 10-15 ਹਜ਼ਾਰ ਬੰਦਾ ਸਿਕਿਉਰਿਟੀ ਲਈ ਤੁਰਿਆ ਫਿਰਦਾ ਹੈ, ਉਹਨਾਂ ਨੂੰ ਪੁਲਿਸ ਦੇ ਕੰਮ ਲੈਣਾ ਚਾਹੀਦਾ ਹੈ, ਨਾ ਕਿ ਰਾਜਨੀਤਿਕ ਬੰਦਿਆਂ ਦੀ ਸ਼ੋਭਾ ਵਧਾਉਣ ਲਈ 20-20 ਬੰਦੇ ਉਹਨਾਂ ਦੇ ਨਾਲ ਅਸਾਲਟਾਂ ਦੇ ਕੇ ਖੜੇ ਕਰਨੇ ਚਾਹੀਦੇ ਆ। ਹੁਣ ਮੈਨੂੰ ਇੱਕ ਬੰਦੇ ਨੇ ਦੱਸਿਆ, ਪੁਲਿਸ ਅਫਸਰ ਨਹੀਂ, ਕਹਿੰਦੇ ਹੁਣ ਸਾਰੇ ਆਮ ਆਦਮੀ ਪਾਰਟੀ ਦੇ ਜਿਹੜੇ MLA ਨੂੰ, ਜਿਹੜੇ 4-4, 5-5 MLA ਉੱਤੇ ਨੇ, ਉਹ ਕਹਿੰਦੇ ਜੀ ਕਾਲੇ ਕੱਪੜਿਆਂ ਵਾਲੇ ਕਮਾਂਡੋ ਚਾਹੀਦੇ ਆ, ਉਹਦੇ ਨਾਲ ਟੌਰ ਟੱਪਾ ਬਣਦਾ ਹੈ। ਹੁਣ ਜਦੋਂ ਸਾਡੀ ਸੋਚ ਹੀ ਇੱਥੇ ਖੜੀ ਹੈ, ਰੂਲਿੰਗ ਪਾਰਟੀ ਦੇ MLA ਉਹ ਕਹਿੰਦੇ ਕਾਲੇ ਕੱਪੜਿਆਂ ਵਾਲੇ ਕਮਾਂਡੋ ਦਿਓ ਜੀ। ਹੁਣ ਕਾਲੇ ਕੱਪੜਿਆਂ ਵਾਲੇ ਕਮਾਂਡੋ ਕਿੰਨੇ ਕੁ ਲਿਆਓਗੇ ਤੁਸੀਂ? ਉਹ ਤਾਂ ਜਿੱਤੇ ਹੋਏ 99 ਨੇਗੇ।
92 ਬੰਦਿਆਂ ਨੂੰ 4-4 5-5 ਦੇਣ ਲੱਗੇ, ਮੰਤਰੀਆਂ ਨੂੰ 10-10 ਦੇਣ ਲੱਗੇ, ਕਮਾਂਡੋ ਇੱਕ ਨਵੀਂ ਕਮਾਂਡੋ ਬਟਾਲੀਅਨ ਭਰਤੀ ਕਰਨੀ ਪਊ ਇਹਨਾਂ ਨੂੰ, ਉਹ ਵੀ ਸਿਰਫ ਆਮ ਆਦਮੀ ਪਾਰਟੀ ਵਾਸਤੇ। ਇਸ ਲਈ ਜਿਹੜਾ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਹੈ ਉਹਨੂੰ ਠੀਕ ਕਰਨ ਦੀ ਲੋੜ ਹੈ। ਭਰਤੀ ਜੀ ਸਦਕੇ ਕਰੋ, ਪਰ ਭਰਤੀ ਵਾਲਾ ਕੰਮ ਭਰਤੀ ਵਾਲਾ ਉਹੀ ਕੰਮ ਕਰੇ ਜਿਹੜਾ ਬੰਦਾ ਜਿਸ ਕੰਮ ਲਈ ਭਰਤੀ ਕੀਤਾ ਗਿਆ। ਦਵਿੰਦਰ ਜੀ, ਅੱਜ ਕੈਬਨਿਟ ਵੱਲੋਂ ਇੱਕ ਹੋਰ ਫੈਸਲਾ ਲਿਆ ਗਿਆ ਘਰ ਘਰ ਰਾਸ਼ਨ ਪਹੁੰਚਾਉਣ ਦਾ। ਉਸ ਫੈਸਲੇ ਨੂੰ ਕਿਵੇਂ ਦੇਖੋਗੇ ਕਿ ਪਹਿਲਾਂ ਹੁਣ ਤੱਕ ਰਾਸ਼ਨ ਡਿਪੂਆਂ ਤੋਂ ਲੈ ਕੇ ਆਉਣਾ ਪੈਂਦਾ ਸੀ ਅਤੇ ਹੁਣ ਸਰਕਾਰ ਕਹਿੰਦੀ ਰਾਸ਼ਨ ਅਸੀਂ ਘਰ ਘਰ ਪਹੁੰਚਾਵਾਂਗੇ, ਇਸ ਨੂੰ ਕਿਵੇਂ ਦੇਖੋਗੇ? ਦੇਖੋ, ਇਹਦਾ ਪੋਜ਼ੀਟਿਵ ਨੈਗੇਟਿਵ ਕੀ ਇੰਪੈਕਟ ਪੈਂਦਾ ਹੈ ਉਹ ਤਾਂ ਆਉਣ ਵਾਲਾ ਟਾਈਮ ਦੱਸੂਗਾ, ਕਿਉਂਕਿ ਅੱਜ ਇਹਦੀ ਚੀਰ ਫਾੜ ਕਰਦੇ ਉਨੇ ਚੰਗੇ ਨਹੀਂ ਲੱਗਦੇ। ਪਰ ਇਹ ਲੋਕਾਂ ਨੂੰ ਹੁਣ 1.5 ਕਰੋੜ ਬੰਦੇ ਨੂੰ ਜਿਹੜਾ ਤੁਸੀਂ ਘਰ ਘਰ ਰਾਸ਼ਨ ਪਹੁੰਚਾਉਣਾ ਹੈ, ਉਸ 'ਤੇ ਕਈ ਤਰ੍ਹਾਂ ਦੇ ਕਿੰਤੂ ਪਰੰਤੂ ਵੀ ਹੋਣਗੇ। ਕੀ ਹੋਊਗਾ? ਅਤੇ ਇਹਨੂੰ ਸ਼ੁਰੂ ਕਰਨ ਦਿਓ ਅਕਤੂਬਰ ਤੋਂ ਬਾਅਦ, ਫਿਰ ਇਹਦੀ ਵੀ ਸਮੀਖਿਆ ਕਰਾਂਗੇ ਚੰਗੀ ਤਰ੍ਹਾਂ, ਇਸੇ ਤਰ੍ਹਾਂ ਕਰਾਂਗੇ ਜਿਵੇਂ ਹੋਰਾਂ ਫੈਸਲਿਆਂ ਦੀ ਕਰਦੇ ਹਾਂ। ਜੀ ਬਿਲਕੁਲ। ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਦਵਿੰਦਰਪਾਲ ਜੀ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਦੇ ਨਾਲ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।